ਪ੍ਰਾਸ਼ਚਿਤ ਦੇ ਦਿਨ ਦੀ ਆਸ਼ੀਸ਼ਿਤ ਆਰਾਧਨਾ ਆ ਗਈ ਹੈ। ਆਓ ਅਸੀਂ ਤੋਬਾ ਅਤੇ ਸਵਰਗ ਦਾ ਰਾਜ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਇਹ ਪ੍ਰਾਸ਼ਚਿਤ ਦੇ ਦਿਨ ਦੀ ਦੁਪਹਿਰ ਦੀ ਆਰਾਧਨਾ ਹੈ। ਸਭ ਤੋਂ ਵੱਧ ਅਸੀਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਧੰਨਵਾਦ ਅਤੇ ਮਹਿਮਾ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ। ਪਰਮੇਸ਼ਵਰ ਦੀ ਕਿਰਪਾ ਨਾਲ ਸਾਨੂੰ ਸੀਯੋਨ ਦੀਆਂ ਸੰਤਾਨਾਂ ਨੂੰ ਪ੍ਰਾਸ਼ਚਿਤ ਦੇ ਇਸ ਦਿਨ ਦੁਆਰਾ ਸਾਡੇ ਸਾਰੇ ਪਾਪਾਂ ਨੂੰ ਮਾਫ ਕੀਤਾ ਜਾਂਦਾ ਹੈ, ਜਿਸ ਵਿੱਚ ਉਹ ਪਾਪ ਵੀ ਸ਼ਾਮਲ ਹੈ ਜੋ ਅਸੀਂ ਅਣਜਾਣੇ ਵਿੱਚ ਕੀਤੇ ਹਨ। ਉਹ ਪਾਪ ਜੋ ਅਸੀਂ ਸਵਰਗ ਅਤੇ ਇਸ ਧਰਤੀ ਉੱਤੇ ਕੀਤੇ ਹਨ, ਅਤੇ ਉਹ ਪਾਪ ਜਿਸ ਨੂੰ ਅਸੀਂ ਯਾਦ ਵੀ ਨਹੀਂ ਕਰਦੇ ਹਾਂ। ਇਸ ਤਰ੍ਹਾਂ ਅਸੀਂ ਬਰਫ਼ ਤੋਂ ਵੀ ਚਿੱਟੇ, ਸ਼ੁੱਧ ਅਤੇ ਸਾਫ਼ ਹੋ ਸਕਦੇ ਹਾਂ ਅਤੇ ਆਪਣੇ ਸਵਰਗੀ ਘਰ ਵਾਪਸ ਆ ਸਕਦੇ ਹਾਂ। ਉਸ ਦਿਨ ਲਈ ਜਦੋਂ ਅਸੀਂ ਪਰਮੇਸ਼ਵਰ ਦੇ ਸਾਹਮਣੇ ਖੜੇ ਹੋਵਾਂਗੇ, ਆਓ ਆਪਣੇ ਵਿਸ਼ਵਾਸ ਨੂੰ ਨਿਰਦੋਸ਼ ਅਤੇ ਬੇਦਾਗ ਰੱਖਣ ਲਈ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਦਿਲਾਂ ਵਿੱਚ ਉਕਰੀਏ। ਪਿਤਾ ਅਤੇ ਮਾਤਾ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ, ਆਓ ਅਸੀਂ ਪਿਆਰ, ਏਕਤਾ ਅਤੇ ਧੀਰਜ ਨਾਲ ਅੰਤ ਤੱਕ ਸਲੀਬ ਦੇ ਰਸਤੇ ਤੇ ਚੱਲੀਏ ਤਾਂ ਜੋ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਆਓ ਅਸੀਂ ਮੱਤੀ ਅਧਿਆਇ 4 ਵਚਨ 17 ਉੱਤੇ ਜਾਈਏ। ਆਓ ਵਚਨ 17 ਵੇਖੀਏ। ਉਸੇ ਵੇਲੇ ਉਹ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ। ਸਾਡਾ ਸਵਰਗ ਦੇ ਰਾਜ ਨੂੰ ਛੱਡ ਕੇ ਇਸ ਧਰਤੀ ਤੇ ਆਉਣ ਦਾ ਇੱਕ ਕਾਰਨ ਸੀ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਤੋਬਾ ਦੀ ਲੋੜ ਹੈ? ਸਾਨੂੰ ਸਵਰਗ ਦੇ ਰਾਜ ਵਿੱਚ ਜਾਣਾ ਚਾਹੀਦਾ ਹੈ। ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਾਨੂੰ ਜਾਣ-ਬੁੱਝ ਕੇ ਤੇ ਅਣਜਾਣੇ ਵਿੱਚ ਸਵਰਗ ਅਤੇ ਇਸ ਧਰਤੀ ਉੱਤੇ ਕੀਤੇ ਗਏ ਪਾਪਾਂ ਲਈ ਤੋਬਾ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਨਵੇਂ ਜੀਵਾਂ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਸਕੀਏ ਜੋ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਖੁਸ਼ ਕਰ ਸਕਦੇ ਹਨ। ਆਓ ਇਸ ਮਾਮਲੇ ਬਾਰੇ ਬਾਈਬਲ ਦੀਆਂ ਕੁਝ ਆਇਤਾਂ ਲੱਭੀਏ। ਸਭ ਤੋਂ ਪਹਿਲਾਂ ਆਓ ਅਸੀਂ ਸਾਰੇ ਮਿਲ ਕੇ ਇੱਕ ਯੂਹੰਨਾ ਅਧਿਆਇ 1 ਖੋਲੀਏ ਅਤੇ ਪਰਮੇਸ਼ਵਰ ਦੀ ਇਸ ਸਿੱਖਿਆ ਦੀ ਜਾਂਚ ਕਰੀਏ ਕਿ ਸਾਨੂੰ ਤੋਬਾ ਕਿਉਂ ਕਰਨੀ ਚਾਹੀਦੀ ਹੈ। ਆਓ ਅਸੀਂ ਇੱਕ ਯੂਹੰਨਾ ਦੀ ਕਿਤਾਬ ਅਧਿਆਇ 1 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 1 ਵਚਨ 8। ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ। ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਭਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਬਚਨ ਸਾਡੇ ਵਿੱਚ ਨਹੀਂ ਹੈ। ਜੇਕਰ ਅਸੀਂ ਪਾਪ ਤੋਂ ਰਹਿਤ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸੀਂ ਸਵਰਗ ਵਿੱਚ ਅਤੇ ਇੱਥੋਂ ਤੱਕ ਕਿ ਇਸ ਧਰਤੀ ਉੱਤੇ ਵੀ ਜਾਣੇ ਅਣਜਾਣੇ ਵਿੱਚ ਪਾਪ ਕੀਤਾ ਹੈ। ਨਾਲ ਹੀ ਅਜਿਹੇ ਪਾਪ ਵੀ ਹਨ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਹਾਂ। ਅਸਲ ਵਿੱਚ ਅਸੀਂ ਪਰਮੇਸ਼ਵਰ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਾਪ ਤੋਂ ਬਿਨਾਂ ਹਾਂ। ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਸਵਰਗ ਵਿੱਚ ਪਾਪ ਕੀਤਾ। ਸਾਡੇ ਪਾਪਾਂ ਦੀ ਮਾਫੀ ਲਈ ਮਸੀਹ ਇਸ ਧਰਤੀ ਤੇ ਆਏ, ਸਲੀਬ ਦੇ ਦਰਦ ਨੂੰ ਸਹਿਣ ਕੀਤਾ, ਮਾਨ ਦਾ ਸਾਹਮਣਾ ਕੀਤਾ ਅਤੇ ਮੌਤ ਤੱਕ ਦੁੱਖ ਝੱਲਿਆ। ਬਾਈਬਲ ਦੱਸਦੀ ਹੈ ਕਿ ਅਜਿਹੇ ਦੁਖਦਾਈ ਨਤੀਜੇ ਦਾ ਕਾਰਨ ਸਾਡੇ ਪਾਪ ਹਨ। ਹਾਲਾਂਕਿ ਜਿਨ੍ਹਾਂ ਨੂੰ ਆਪਣੇ ਪਾਪ ਯਾਦ ਨਹੀਂ ਹਨ, ਉਹ ਕਹਿ ਸਕਦੇ ਹਨ, ਮੈਂ ਪਾਪ ਤੋਂ ਬਿਨਾਂ ਹਾਂ, ਮੈਂ ਧਰਮੀ ਜੀਵਨ ਬਤੀਤ ਕੀਤਾ ਹੈ। ਪਰ ਪਰਮੇਸ਼ਵਰ ਨੇ ਕਿਹਾ, ਸਵਰਗ ਵਿੱਚ ਪਾਪ ਕਰਨ ਤੋਂ ਬਾਅਦ ਅਤੇ ਇਸ ਧਰਤੀ ਉੱਤੇ ਆਉਣ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਕੋਈ ਪਾਪ ਨਹੀਂ ਹੈ, ਤਾਂ ਤੁਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹੋ ਅਤੇ ਸੱਚ ਤੁਹਾਡੇ ਵਿੱਚ ਨਹੀਂ ਹੈ।
ਤੁਸੀਂ ਪਰਮੇਸ਼ਵਰ ਨੂੰ ਝੂਠਾ ਬਣਾ ਰਹੇ ਹੋ। ਆਓ ਅਸੀਂ ਇਕੱਠੇ ਮਿਲ ਕੇ ਲੂਕਾ ਅਧਿਆਇ 5 ਖੋਲੀਏ। ਲੂਕਾ ਅਧਿਆਇ 5 ਵਚਨ 30। ਫਰੀਸੀ ਔਰ ਉਹਨਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੜਾ ਕੇ ਕਹਿਣ ਲੱਗੇ, ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ? ਯਿਸੂ ਨੇ ਉਹਨਾਂ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ, ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਦਾ ਕੀ ਮਕਸਦ ਹੈ? ਤੋਬਾ ਦੇ ਲਈ ਬੁਲਾਉਣ ਆਇਆ ਹਾਂ। ਯਿਸੂ ਇਸ ਧਰਤੀ ਉੱਤੇ ਧਰਮੀਆਂ ਨੂੰ ਬੁਲਾਉਣ ਲਈ ਨਹੀਂ ਆਏ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਲਈ ਆਏ। ਆਓ ਅਸੀਂ ਲੂਕਾ ਅਧਿਆਇ 19 ਤੇ ਜਾ ਕੇ ਉਸ ਖੁਸ਼ਖਬਰੀ ਦੇ ਕੰਮ ਨੂੰ ਦੇਖੀਏ ਜੋ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਉੱਤੇ ਕੀਤਾ ਹੈ। ਆਓ ਅਸੀਂ ਲੂਕਾ ਦੇ ਅਧਿਆਇ 19 ਉੱਤੇ ਜਾਈਏ। ਲੂਕਾ ਅਧਿਆਇ 19 ਵਚਨ 10 ਵਿੱਚ ਯਿਸੂ ਕਹਿੰਦੇ ਹਨ, ਕਿਉਂ ਜੋ ਮਨੁੱਖ ਦਾ ਪੁੱਤਰ, ਕੀ ਮਨੁੱਖ ਦਾ ਪੁੱਤਰ ਯਿਸੂ ਨੂੰ ਨਹੀਂ ਦਰਸਾਉਂਦਾ? ਯਿਸੂ ਇਸ ਧਰਤੀ ਉੱਤੇ ਕਿਉਂ ਆਏ? ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ। ਉਹ ਧਰਤੀ ਉੱਤੇ ਸਰੀਰ ਵਿੱਚ ਕਿਉਂ ਆਏ? ਆਖਰਕਾਰ ਉਹ ਸਾਡੀ ਤੋਬਾ ਵੱਲ ਅਗਵਾਈ ਕਰਨ ਲਈ ਆਏ। ਦੂਜੇ ਸ਼ਬਦਾਂ ਵਿੱਚ, ਇਸ ਧਰਤੀ ਤੇ ਆਉਣ ਤੋਂ ਪਹਿਲਾਂ ਅਸੀਂ ਸਵਰਗ ਦੇ ਰਾਜ ਵਿੱਚ ਕੌਣ ਸੀ? ਕੀ ਇਹ ਸਪਸ਼ਟ ਨਹੀਂ ਹੈ ਕਿ ਅਸੀਂ ਕੁਝ ਅਜਿਹਾ ਕੀਤਾ ਹੈ ਜਿਸ ਲਈ ਸਾਨੂੰ ਤੋਬਾ ਕਰਨੀ ਚਾਹੀਦੀ ਹੈ? ਕਿਉਂਕਿ ਅਸੀਂ ਸਵਰਗ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਉੱਤੇ ਆਏ, ਇਸ ਲਈ ਯਿਸੂ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਲਈ ਆਏ। ਬਾਈਬਲ ਦੇ ਇਹ ਸਾਰੇ ਵਚਨ ਪਰਮੇਸ਼ਵਰ ਦੀਆਂ ਸਿੱਖਿਆਵਾਂ ਹਨ। ਸਿਰਫ ਇਸ ਲਈ ਕਿ ਅਸੀਂ ਸਵਰਗ ਦੀਆਂ ਆਪਣੀਆਂ ਯਾਦਾਂ ਨੂੰ ਭੁੱਲ ਗਏ ਹਾਂ, ਅਸੀਂ ਇਹ ਨਹੀਂ ਕਹਿ ਸਕਦੇ, ਮੈਂ ਕੋਈ ਪਾਪ ਨਹੀਂ ਕੀਤਾ ਹੈ। ਇਸ ਦੀ ਬਜਾਏ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਹ ਸਮਝਣਾ ਚਾਹੀਦਾ ਹੈ ਕਿ ਸਵਰਗ ਵਿੱਚ ਸਾਡਾ ਅਤੀਤ ਕਿੰਨਾ ਪਾਪੀ ਸੀ। ਇਸ ਤਰ੍ਹਾਂ ਤੋਬਾ ਦਾ ਕੰਮ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਵਰਗ ਅਤੇ ਇਸ ਧਰਤੀ ਤੇ ਕੀਤੇ ਗਏ ਸਾਡੇ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕੀਏ। ਪੂਰੀ ਖੁਸ਼ਖਬਰੀ ਵਿੱਚ ਤੋਬਾ ਬਾਰੇ ਬਹੁਤ ਸਾਰੇ ਪ੍ਰਗਟਾਵੇ ਹਨ। ਆਓ ਅਸੀਂ ਮੱਤੀ ਅਧਿਆਇ 3 ਵਚਨ 1 ਦੇਖੀਏ। ਉਹਨੀ ਦਿਨੀ ਯੂਹੰਨਾ ਬਪਤਿਸਮਾ ਦੇਣ ਵਾਲਾ ਆਣ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਦੇ ਹੋਏ ਕਹਿਣ ਲੱਗਾ, ਉਸਨੇ ਕੀ ਕਿਹਾ? ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ। ਯੂਹੰਨਾ ਬਪਤਿਸਮਾ ਦੇਣ ਵਾਲਾ ਏਲੀਯਾਹ ਦੇ ਮਿਸ਼ਨ ਨਾਲ ਆਇਆ ਸੀ। ਉਸਨੇ ਯਿਸੂ ਲਈ ਰਾਹ ਤਿਆਰ ਕੀਤਾ। ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਚਾਰ ਕੀਤਾ ਤਾਂ ਉਸਨੇ ਘੋਸ਼ਣਾ ਕੀਤੀ, ਤੋਬਾ ਕਰੋ। ਇਸ ਬਾਰੇ ਪਰਮੇਸ਼ਵਰ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਿੱਚ ਕਹਿੰਦੇ ਹਨ, ਸਰਗਰਮ ਹੋਵੋ ਅਤੇ ਤੋਬਾ ਕਰੋ, ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਿੱਚ ਤੋਬਾ ਕਰੋ। ਬਹੁਤ ਸਾਰੇ ਰਿਕਾਰਡ ਹਨ ਜੋ ਸਾਨੂੰ ਤੋਬਾ ਕਰਨਾ ਸਿਖਾਉਂਦੇ ਹਨ। ਇਹ ਸਭ ਤੋਂ ਮਹਾਨ ਕੰਮ ਸੀ ਜਿਸ ਨੂੰ ਸਰਬਸ਼ਕਤੀਮਾਨ ਪਰਮੇਸ਼ਵਰ ਪੂਰਾ ਕਰਨਾ ਚਾਹੁੰਦੇ ਸੀ। ਉਹ ਇਸ ਕੰਮ ਲਈ ਸਰੀਰ ਵਿੱਚ ਵੀ ਆਏ। ਮਨੁੱਖ ਦੇ ਪੁੱਤਰ ਨੇ ਸਮਝਾਇਆ ਕਿ ਉਹ ਇਸ ਧਰਤੀ ਉੱਤੇ ਚਮਤਕਾਰ ਕਰਨ ਅਤੇ ਲੋਕਾਂ ਦਾ ਦਿਲ ਜਿੱਤਣ ਲਈ ਨਹੀਂ ਸਗੋਂ ਕੀ ਕਰਨ ਆਇਆ ਹੈ। ਉਹਨਾਂ ਨੇ ਕਿਹਾ, ਮੈਂ ਇਸ ਧਰਤੀ ਤੇ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹਾਂ। ਇਸ ਤਰ੍ਹਾਂ ਜੋ ਸਭ ਤੋਂ ਮਹਾਨ ਹੈ, ਉਹਨਾਂ ਨੇ ਮਿਸਾਲ ਕਾਇਮ ਕੀਤੀ। ਆਓ ਅਸੀਂ ਉਹਨਾਂ ਦੀ ਉਦਾਹਰਣ ਦੇਖਣ ਲਈ ਮਰਕੁਸ ਅਧਿਆਇ 1 ਉੱਤੇ ਜਾਈਏ। ਮਰਕੁਸ ਅਧਿਆਇ 1 ਵਚਨ 35। ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿਕਲਿਆ ਅਤੇ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ। ਅਤੇ ਸ਼ਮਊਨ ਅਰ ਉਹਦੇ ਸਾਥੀ ਉਸ ਦੇ ਪਿੱਛੇ ਗਏ। ਅਰ ਜਦੋਂ ਉਹਨਾਂ ਉਸ ਨੂੰ ਲੱਭ ਲਿਆ ਤਾਂ ਉਹਨੂੰ ਕਿਹਾ, ਤੈਨੂੰ ਸਭੇ ਭਾਲਦੇ ਹਨ। ਉਸਨੇ ਉਹਨਾਂ ਨੂੰ ਕਿਹਾ, ਆਓ ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਵੀ ਪ੍ਰਚਾਰ ਕਰਾਂ, ਕਿਉਂਕਿ ਮੈਂ ਇਸੇ ਲਈ ਨਿਕਲਿਆ ਹਾਂ।
ਲੂਕਾ ਅਧਿਆਇ 19 ਵਚਨ 10 ਵਿੱਚ ਉਹਨਾਂ ਨੇ ਕਿਹਾ ਕਿ ਉਹ ਗੁਆਚੇ ਹੋਇਆਂ ਨੂੰ ਮੁਕਤੀ ਦੇਣ ਆਏ ਹਨ ਅਤੇ ਮਰਕੁਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਪ੍ਰਚਾਰ ਕਰਨ ਆਏ ਹਨ। ਜਦੋਂ ਅਸੀਂ ਇਹਨਾਂ ਸ਼ਬਦਾਂ ਦੀ ਜਾਂਚ ਕਰਦੇ ਹਾਂ ਤਾਂ ਮਨੁੱਖ ਜਾਤੀ ਦੀ ਮੁਕਤੀ ਲਈ ਸਭ ਤੋਂ ਮਹੱਤਵਪੂਰਨ ਕੰਮ ਕੀ ਹੈ? ਕਿਉਂਕਿ ਅਸੀਂ ਸਵਰਗ ਵਿੱਚ ਅਣਗਿਣਤ ਪਾਪ ਕੀਤੇ ਅਤੇ ਇਸ ਧਰਤੀ ਤੇ ਆਏ, ਇਸ ਲਈ ਸਾਨੂੰ ਤੋਬਾ ਕਰਨ ਦੀ ਲੋੜ ਹੈ। ਫਿਰ ਸਾਨੂੰ ਤੋਬਾ ਕਰਨ ਲਈ ਕੀ ਕਰਨਾ ਚਾਹੀਦਾ ਹੈ? ਅੱਜ ਆਓ ਇਸ ਦਾ ਜਵਾਬ ਲੱਭੀਏ। ਆਓ ਅਸੀਂ ਲੂਕਾ ਅਧਿਆਇ 15 ਉੱਤੇ ਜਾਈਏ। ਆਓ ਅਧਿਆਇ 15 ਵਚਨ 7 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ। ਲੂਕਾ ਅਧਿਆਇ 15 ਵਚਨ 7। ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ। ਪਰਮੇਸ਼ਵਰ ਸਾਨੂੰ ਕਹਿੰਦੇ ਹਨ ਤੋਬਾ ਕਰੋ ਕਿਉਂਕਿ ਸੁਵਰਗ ਦਾ ਰਾਜ ਨੇੜੇ ਆ ਗਿਆ ਹੈ। ਅਤੇ ਉਹ ਸਾਨੂੰ ਇਹ ਵੀ ਸਿਖਾਉਂਦੇ ਹਨ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ। ਆਓ ਅਸੀਂ ਵਚਨ 10 ਉੱਤੇ ਜਾਈਏ। ਅਧਿਆਇ 15 ਵਚਨ 10 ਵਿੱਚ ਯਿਸੂ ਕਹਿੰਦੇ ਹਨ, ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰ੍ਹਾਂ ਪਰਮੇਸ਼ਵਰ ਦੇ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ। ਉਹ ਵਚਨ 10 ਵਿੱਚ ਵੀ ਇਹੀ ਗੱਲ ਸਮਝਾਉਂਦੇ ਹਨ। ਕਿਉਂਕਿ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਾਡੇ ਲਈ ਤੋਬਾ ਕਰਨੀ ਜ਼ਰੂਰੀ ਹੈ। ਇਸ ਲਈ ਨਵੇਂ ਨੇਮ ਵਿੱਚ ਤੋਬਾ ਕਰੋ ਸ਼ਬਦ ਬਹੁਤ ਜ਼ਿਆਦਾ ਪ੍ਰਗਟ ਹੁੰਦਾ ਹੈ। ਅਸੀਂ ਸਵਰਗ ਦੇ ਰਾਜ ਵਿੱਚ ਕੁਝ ਕਰਨ ਤੋਂ ਬਾਅਦ ਇਸ ਧਰਤੀ ਤੇ ਆਏ। ਯਿਸੂ ਸਾਨੂੰ ਜਗਾਉਣ ਲਈ ਇਸ ਧਰਤੀ ਤੇ ਆਏ ਤਾਂ ਜੋ ਅਸੀਂ ਤੋਬਾ ਕਰ ਸਕੀਏ। ਇਹ ਧਰਤੀ ਸਭ ਕੁਝ ਨਹੀਂ ਹੈ। ਸਦੀਪਕ ਸਵਰਗ ਦਾ ਰਾਜ ਹੀ ਉਹ ਜਗ੍ਹਾ ਹੈ ਜਿੱਥੇ ਦੇ ਅਸੀਂ ਸੱਚਮੁੱਚ ਨਿਵਾਸੀ ਹਾਂ। ਉਸ ਸਮੇਂ ਨੂੰ ਯਾਦ ਕਰਨ ਵਿੱਚ ਮਦਦ ਕਰਨ ਲਈ ਜਦੋਂ ਅਸੀਂ ਪਰਮੇਸ਼ਵਰ ਨਾਲ ਕਿਰਪਾ ਦੇ ਬਾਗ ਵਿੱਚ ਰਹਿੰਦੇ ਸੀ ਤਾਂ ਜੋ ਅਸੀਂ ਉੱਥੇ ਵਾਪਸ ਜਾ ਸਕੀਏ। ਉਹ ਇਸ ਧਰਤੀ ਉੱਤੇ ਆਏ ਅਤੇ ਸਾਡੀ ਤੋਬਾ ਕਰਨ ਲਈ ਅਗਵਾਈ ਕੀਤੀ। ਮੱਤੀ ਅਧਿਆਇ 4 ਵਚਨ 17 ਵਿੱਚ ਵੀ ਇਹੀ ਲਿਖਿਆ ਗਿਆ ਹੈ, ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ। ਤੁਸੀਂ ਸੋਚ ਸਕਦੇ ਹੋ ਮੈਂ ਕੋਈ ਪਾਪ ਨਹੀਂ ਕੀਤਾ ਹੈ, ਪਰ ਚਰਚ ਵਿੱਚ ਉਹ ਕਹਿੰਦੇ ਹਨ ਤੋਬਾ ਕਰੋ। ਤੁਸੀਂ ਇੱਕ ਪਾਪੀ ਹੋ ਅਤੇ ਇਹ ਮੈਨੂੰ ਕੁਝ ਅਜੀਬ ਮਹਿਸੂਸ ਕਰਵਾਉਂਦਾ ਹੈ, ਪਰ ਪਰਮੇਸ਼ਵਰ ਸਿਰਫ ਇਸ ਸੰਸਾਰ ਦੇ ਪਾਪਾਂ ਬਾਰੇ ਗੱਲ ਨਹੀਂ ਕਰ ਰਹੇ ਹਨ। ਪਿਛਲੀ ਦੁਨੀਆ ਵਿੱਚ ਜਿੱਥੋਂ ਯਿਸੂ ਆਏ, ਅਸੀਂ ਕੁਝ ਅਜਿਹਾ ਕੀਤਾ ਜਿਸ ਦੇ ਲਈ ਤੋਬਾ ਕਰਨ ਦੀ ਲੋੜ ਹੈ। ਅਤੇ ਯਿਸੂ ਸਾਨੂੰ ਜਗਾਉਣ ਅਤੇ ਤੋਬਾ ਕਰਨ ਲਈ ਲੈ ਜਾਣ ਲਈ ਆਏ। ਇਸ ਲਈ ਬਾਈਬਲ ਉਹਨਾਂ ਦੇ ਆਉਣ ਦਾ ਮਕਸਦ ਪਾਪੀਆਂ ਨੂੰ ਤੋਬਾ ਕਰਨ ਲਈ ਲੈ ਜਾਣ ਦੇ ਰੂਪ ਵਿੱਚ ਕਰਦੀ ਹੈ। ਇਸੇ ਲਈ ਯਸਾਯਾਹ ਅਧਿਆਇ 53 ਅਤੇ 50 ਸਾਨੂੰ ਸਿਖਾਉਂਦਾ ਹੈ ਕਿ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਤਾ ਕੱਢੀ ਗਈ ਅਤੇ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੇ ਪਿਤਾ ਨੂੰ ਕੋੜੇ ਮਾਰੇ ਗਏ। ਹਾਲਾਂਕਿ ਇਸ ਦੇ ਕਾਰਨ ਤੁਸੀਂ ਠੀਕ ਹੋ ਸਕੇ ਹੋ। ਇਸ ਤਰ੍ਹਾਂ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ। ਸਾਰੇ ਲੋਕੋ ਸਿਰਫ ਸਲੀਬ ਤੇ ਮਸੀਹ ਦੇ ਬਲੀਦਾਨ ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਸਾਨੂੰ ਇਸ ਗੱਲ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਇਹ ਸਭ ਤੋਂ ਪਹਿਲਾਂ ਕਿਉਂ ਹੋਣਾ ਸੀ। ਇਸ ਧਰਤੀ ਤੇ ਅਸੀਂ ਜੋ ਕੁਝ ਕੀਤਾ ਉਸ ਦੇ ਕਾਰਨ ਨਹੀਂ ਸੀ, ਕਿਉਂਕਿ ਸਮੱਸਿਆਵਾਂ ਪਿਛਲੀ ਦੁਨੀਆ ਵਿੱਚ ਪਹਿਲਾਂ ਹੀ ਪੈਦਾ ਹੋ ਚੁੱਕੀਆਂ ਸੀ। ਇਸ ਲਈ ਪਰਮੇਸ਼ਵਰ ਨੇ ਸਮਝਾਇਆ ਕਿ ਉਹਨਾਂ ਦੇ ਇਸ ਧਰਤੀ ਉੱਤੇ ਆਉਣ ਦਾ ਇੱਕ ਕਾਰਨ ਸਵਰਗੀ ਪਾਪੀਆਂ ਨੂੰ ਤੋਬਾ ਕਰਨ ਲਈ ਅਗਵਾਈ ਕਰਨਾ ਸੀ। ਸਾਡੇ ਲਈ ਪਰਮੇਸ਼ਵਰ ਦੀ ਕਿਰਪਾ ਪ੍ਰਾਪਤ ਕਰਨ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸੱਚੀ ਤੋਬਾ ਹੋਣੀ ਚਾਹੀਦੀ ਹੈ। ਤੋਬਾ ਕਰਨਾ ਪਰਮੇਸ਼ਵਰ ਨੂੰ ਧੋਖਾ ਦੇਣ ਦੇ ਪਾਪ ਨਾਲ, ਪਰਮੇਸ਼ਵਰ ਦੀਆਂ ਸਿੱਖਿਆਵਾਂ ਅਤੇ ਨਿਯਮਾਂ ਦੀ ਅਣਦੇਖੀ ਕਰਨ ਦੇ ਪਾਪ ਨਾਲ ਅਤੇ ਹੁਕਮ ਨਾ ਮੰਨਣ ਦੇ ਪਾਪ ਤੋਂ ਦੂਰ ਹੋ ਜਾਣਾ ਹੈ।
ਇਹਨਾਂ ਸਾਰੇ ਪਾਪਾਂ ਵਿੱਚ ਸਾਨੂੰ ਆਪਣੇ ਦਿਲਾਂ ਨੂੰ ਪਰਮੇਸ਼ਵਰ ਵੱਲ ਮੋੜਨਾ ਚਾਹੀਦਾ ਹੈ। ਕੀ ਇਹ ਸੱਚਾ ਪਛਤਾਵਾ ਨਹੀਂ ਹੈ? ਆਓ ਅਸੀਂ ਯਸਾਯਾਹ ਅਧਿਆਇ 59 ਉੱਤੇ ਜਾਈਏ। ਆਓ ਯਸਾਯਾਹ ਅਧਿਆਇ 59 ਵਚਨ 1 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ। ਅਧਿਆਇ 59 ਵਚਨ 1। ਵੇਖ, ਯਹੋਵਾ ਦਾ ਹੱਥ ਛੋਟਾ ਨਹੀਂ ਪਈ ਉਹ ਬਚਾਵੇ ਨਾ, ਉਹਦੇ ਕੰਨ ਭਾਰੀ ਨਹੀਂ ਪਈ ਉਹ ਸੁਣੇ ਨਾ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ੁਰ ਵਿੱਚ ਜੁਦਾਈ ਪਾ ਦਿੱਤੀ ਹੈ। ਇਹ ਸਾਡੇ ਕੁਧਰਮ ਦੇ ਕੰਮ ਸੀ ਜਿਨ੍ਹਾਂ ਨੇ ਸਾਨੂੰ ਪਰਮੇਸ਼ਵਰ ਤੋਂ ਵੱਖ ਕਰ ਦਿੱਤਾ। ਇਸ ਦਾ ਕੀ ਮਤਲਬ ਹੈ? ਸਿੱਧੇ ਸ਼ਬਦਾਂ ਵਿੱਚ ਕਹੀਏ, ਪਰਮੇਸ਼ਵਰ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਟੁੱਟ ਗਿਆ। ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ੁਰ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਥੋਂ ਲੁਕਾ ਦਿੱਤਾ ਹੈ ਪਈ ਉਹ ਨਾ ਸੁਣੇ। ਤੁਹਾਡੇ ਹੱਥ ਤਾਂ ਲਹੂ ਨਾਲ ਲਿਬੜੇ ਹੋਏ ਹਨ ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ੍ਹ ਝੂਠ ਮਾਰਦੇ ਹਨ, ਤੁਹਾਡੀ ਜੀਭ ਬਦੀ ਬਕਦੀ ਹੈ। ਕਿਉਂਕਿ ਤੁਹਾਡੇ ਪਾਪਾਂ ਨੇ ਤੁਹਾਨੂੰ ਪਰਮੇਸ਼ਵਰ ਤੋਂ ਵੱਖ ਕਰ ਦਿੱਤਾ ਹੈ। ਇਸ ਲਈ ਤੁਹਾਨੂੰ ਪਰਮੇਸ਼ਵਰ ਕੋਲ ਆਉਣਾ ਚਾਹੀਦਾ ਹੈ, ਆਪਣੇ ਪਾਪਾਂ ਤੋਂ ਤੋਬਾ ਕਰਨੀ ਚਾਹੀਦੀ ਹੈ ਅਤੇ ਤੋਬਾ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਮਸੀਹ ਨੇ ਲਗਾਤਾਰ ਇਸ ਗੱਲ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ, ਕੀ ਤੁਸੀਂ ਜਾਣਦੇ ਹੋ ਕਿ ਮੈਂ ਇਸ ਧਰਤੀ ਤੇ ਕਿਉਂ ਆਇਆ? ਮੈਂ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ। ਮੱਤੀ ਅਧਿਆਇ 4 ਵਿੱਚ ਉਹ ਕਹਿੰਦੇ ਹਨ, ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ। ਨਾਲ ਹੀ ਇਹ ਵੀ ਲਿਖਿਆ ਹੈ, ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰਨਗੇ। ਬਾਈਬਲ ਅਜਿਹੇ ਡਰਾਉਣੇ ਵਚਨਾਂ ਨੂੰ ਰਿਕਾਰਡ ਕਰਦੀ ਹੈ। ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 7 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 7 ਵਚਨ 12 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ। ਜ਼ਬੂਰਾਂ ਦੀ ਪੋਥੀ ਅਧਿਆਇ 7 ਵਚਨ 12। ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਉਹਨੇ ਆਪਣਾ ਤਨੂਕ ਝੁਕਾ ਕੇ ਤਿਆਰ ਕਰ ਛੱਡਿਆ ਹੈ। ਉਹਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ। ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ। ਜੋ ਤੋਬਾ ਨਹੀਂ ਕਰਦੇ ਉਹਨਾਂ ਨਾਲ ਪਰਮੇਸ਼ਵਰ ਕੀ ਕਰਨਗੇ? ਆਓ ਅਸੀਂ 2 ਥਸਲੋਨੀਕੀਆਂ ਦੀ ਕਿਤਾਬ ਅਧਿਆਇ 1 ਵਚਨ 7 ਦੇਖੀਏ। ਅਧਿਆਇ 1 ਵਚਨ 7 ਵਿੱਚ ਲਿਖਿਆ ਹੈ, ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ ਸਾਡੇ ਨਾਲ ਸੁਖ ਦੇਵੇ ਉਸ ਸਮੇਂ ਜਦ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਆਕਾਸ਼ੋਂ ਪ੍ਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ। ਉਹ ਕੌਣ ਹਨ ਜੋ ਖੁਸ਼ਖਬਰੀ ਨੂੰ ਨਹੀਂ ਮੰਨਦੇ ਹਨ? ਉਹ ਹਨ ਜੋ ਤੋਬਾ ਨਹੀਂ ਕਰਦੇ। ਉਹ ਹਨ ਜੋ ਪਰਮੇਸ਼ਵਰ ਵੱਲ ਮੁੜਦੇ ਨਹੀਂ। ਪਸਾਹ ਦੁਆਰਾ ਮੇਰੇ ਕੋਲ ਆਓ, ਸਬਤ ਦੇ ਦਿਨ ਦੁਆਰਾ ਮੇਰੇ ਕੋਲ ਆਓ। ਅਸੀਂ ਤੁਹਾਡੇ ਕੋਲ ਕਿਵੇਂ ਵਾਪਸ ਆ ਸਕਦੇ ਹਾਂ? ਕਿਰਪਾ ਕਰਕੇ ਸਾਨੂੰ ਦੱਸੋ ਕਿ ਤੋਬਾ ਕਿਵੇਂ ਕਰੀਏ। ਪਰਮੇਸ਼ਵਰ ਨੇ ਮਨੁੱਖਜਾਤੀ ਨੂੰ ਖੁਸ਼ਖਬਰੀ ਰਾਹੀਂ ਉਹਨਾਂ ਕੋਲ ਵਾਪਸ ਜਾਣ ਦੇ ਰਾਹ ਲਈ ਜਗਾਇਆ। ਫਿਰ ਜੋ ਲੋਕ ਖੁਸ਼ਖਬਰੀ ਦਾ ਪਾਲਣ ਨਹੀਂ ਕਰਦੇ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾਵੇਗੀ? ਇਹ ਇਸ ਲਈ ਹੈ ਕਿਉਂਕਿ ਉਹ ਤੋਬਾ ਨਹੀਂ ਕਰਦੇ। ਪਰਮੇਸ਼ਵਰ ਨੇ ਸਾਨੂੰ ਤੋਬਾ ਕਰਨ ਦਾ ਮੌਕਾ ਤੇ ਸਮਾਂ ਦਿੱਤਾ ਹੈ ਅਤੇ ਤੋਬਾ ਕਰਨ ਦੀਆਂ ਸ਼ਰਤਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਨੇ 1500 ਸਾਲਾਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਲਹੂ ਦੁਆਰਾ ਉਹਨਾਂ ਨੇ ਨਵੇਂ ਨੇਮ ਦੀ ਸੰਪੂਰਨ ਸੱਚਾਈ ਨੂੰ ਸਥਾਪਿਤ ਕੀਤਾ। ਸੱਚਮੁੱਚ ਅਸੀਂ ਬਿਨਾਂ ਕਿਸੇ ਕੀਮਤ ਦੇ ਸਵਰਗ ਦੇ ਰਾਜ ਵਿੱਚ ਜਾ ਰਹੇ ਹਾਂ। ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੇ ਸਾਡੇ ਬਦਲੇ ਸਾਰਿਆਂ ਦੁੱਖਾਂ ਨੂੰ ਝੱਲਿਆ। ਜਦੋਂ ਅਸੀਂ ਇਸ ਪ੍ਰਾਸਚਿਤ ਦੇ ਦਿਨ ਰਾਹੀਂ ਇਹ ਸਭ ਸੋਚਦੇ ਹਾਂ ਤਾਂ ਸਾਨੂੰ ਨਾ ਸਿਰਫ ਤੋਬਾ ਕਰਨ ਦਾ ਮਤਲਬ ਜਾਣਨਾ ਚਾਹੀਦਾ ਹੈ, ਸਗੋਂ ਉਸ ਬਲੀਦਾਨ ਨੂੰ ਵੀ ਮਹਿਸੂਸ ਕਰਨ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਡੇ ਲਈ ਸਹਿਣ ਕੀਤਾ। ਸੱਚੀ ਤੋਬਾ ਦੇ ਮਨ ਨਾਲ ਸਾਨੂੰ ਪਰਮੇਸ਼ਵਰ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਉਸ ਧਾਰਮਿਕਤਾ ਦੇ ਮਾਰਗ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਪਰਮੇਸ਼ਵਰ ਸਾਡੇ ਲਈ ਚਾਹੁੰਦੇ ਹਨ।
ਆਓ ਅਸੀਂ ਬਾਈਬਲ ਵਿੱਚ ਤੋਬਾ ਬਾਰੇ ਹੋਰ ਵਚਨ ਲੱਭੀਏ। ਆਓ ਅਸੀਂ ਲੂਕਾ ਅਧਿਆਇ 13 ਤੇ ਜਾਈਏ। ਆਓ ਅਸੀਂ ਲੂਕਾ ਅਧਿਆਇ 13 ਵਚਨ 3 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ। ਲੂਕਾ ਅਧਿਆਇ 13 ਵਚਨ 3 ਵਿੱਚ ਯਿਸੂ ਕਹਿੰਦੇ ਹਨ, ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰ੍ਹਾਂ ਅਜਿਹੇ ਲੋਕਾਂ ਦਾ ਕੀ ਹੋਵੇਗਾ? ਉਹ ਨਾਸ ਹੋ ਜਾਵੇਗਾ। ਜਾਂ ਉਹ 18 ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਢੱਠਾ ਤੇ ਉਹਨਾਂ ਨੂੰ ਮਾਰ ਸੁੱਟਿਆ, ਭਲਾ ਤੁਸੀਂ ਇਹ ਸਮਝਦੇ ਹੋ ਜੋ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ? ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰ੍ਹਾਂ ਨਾਸ ਹੋ ਜਾਵੇਗਾ। ਜਿੱਥੇ ਕੋਈ ਪਛਤਾਵਾ ਨਹੀਂ ਹੈ, ਉੱਥੇ ਸਿਰਫ ਵਿਨਾਸ਼ ਹੈ। ਯਿਸੂ ਨੇ ਆਪਣੀਆਂ ਸਿੱਖਿਆਵਾਂ ਵਿੱਚ ਇਸ ਉੱਤੇ ਜ਼ੋਰ ਦਿੱਤਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਉੱਤੇ ਜਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 2। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 2 ਵਚਨ 4 ਉੱਤੇ ਇੱਕ ਨਜ਼ਰ ਪਾਈਏ। ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ। ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦਿਆਂਗਾ ਜੇ ਤੈਂ ਤੋਬਾ ਨਾ ਕੀਤੀ। ਜੇ ਅਸੀਂ ਤੋਬਾ ਨਹੀਂ ਕਰਦੇ ਤਾਂ ਮੁਕਤੀ ਦੇ ਸ਼ਮਾਦਾਨ ਦਾ ਕੀ ਹੋਵੇਗਾ? ਇਸ ਨੂੰ ਹਟਾ ਦਿੱਤਾ ਜਾਵੇਗਾ। ਪਰਮੇਸ਼ਵਰ ਸਾਨੂੰ ਇਹ ਮਹੱਤਵਪੂਰਨ ਵਚਨ ਦਿੰਦੇ ਹਨ। ਆਓ ਅਸੀਂ ਵਚਨ 21 ਉੱਤੇ ਜਾਈਏ। ਅਧਿਆਇ 2 ਵਚਨ 21। ਆਓ ਅਧਿਆਇ 2 ਵਚਨ 21 ਉੱਤੇ ਇੱਕ ਨਜ਼ਰ ਪਾਈਏ। ਅਤੇ ਮੈਂ ਉਹਨੂੰ ਵਿਹਲ ਦਿੱਤਾ ਭਈ ਤੋਬਾ ਕਰੇ, ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਕਰਨੀ ਨਹੀਂ ਚਾਹੁੰਦੀ ਹੈ। ਵੇਖ, ਮੈਂ ਉਹਨੂੰ ਇੱਕ ਵਿਛੋਣੇ ਉੱਤੇ ਸੁੱਟਦਾ ਹਾਂ ਅਤੇ ਉਹਨਾਂ ਨੂੰ ਜਿਹੜੇ ਉਹਦੇ ਨਾਲ ਜ਼ਨਾ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ ਜੇ ਉਹਨਾਂ ਉਹਦੇ ਕੰਮਾਂ ਤੋਂ ਤੋਬਾ ਨਾ ਕੀਤੀ। ਅਤੇ ਮੈਂ ਉਹਦੇ ਬਾਲਕਾਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਆਂ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ। ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ। ਸਾਰੇ ਲੋਕੋ, ਅਜਿਹਾ ਲੱਗਦਾ ਹੈ ਕਿ ਬਾਈਬਲ ਵਿੱਚ ਸਿਰਫ ਕੋਮਲ ਵਚਨ ਹਨ, ਪਰ ਪਰਮੇਸ਼ਵਰ ਆਪਣੀ ਸਖਤੀ ਵੀ ਦਿਖਾਉਂਦੇ ਹਨ, ਖਾਸ ਕਰਕੇ ਉਹਨਾਂ ਲੋਕਾਂ ਪ੍ਰਤੀ ਜੋ ਤੋਬਾ ਨਹੀਂ ਕਰਦੇ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਬਹੁਤ ਗੰਭੀਰ ਸਮੀਕਰਨ ਦੀ ਵਰਤੋਂ ਕੀਤੀ। ਇਸ ਲਈ ਆਓ ਅਸੀਂ ਪ੍ਰਾਸ਼ਚਿਤ ਅਤੇ ਸ਼ੁਕਰਗੁਜ਼ਾਰ ਮਨ ਰੱਖੀਏ ਕਿ ਅਸੀਂ ਪਾਪੀ ਹਾਂ ਅਤੇ ਪਰਮੇਸ਼ਵਰ ਨੇ ਸਾਡੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ। ਉਹ ਗੋਲਗਥਾ ਉੱਤੇ ਚੜ੍ਹੇ ਅਤੇ ਸਾਡੇ ਬਦਲੇ ਸਲੀਬ ਉੱਤੇ ਚੜ੍ਹ ਗਏ। ਆਓ ਅਸੀਂ ਤੀਤੁਸ ਦੀ ਕਿਤਾਬ ਅਧਿਆਇ 1 ਵੀ ਖੋਲੀਏ। ਤੀਤੁਸ ਅਧਿਆਇ 1। ਆਓ ਅਸੀਂ ਤੀਤੁਸ ਅਧਿਆਇ 1 ਵਚਨ 2 ਉੱਤੇ ਇੱਕ ਨਜ਼ਰ ਪਾਈਏ। ਤੀਤੁਸ ਅਧਿਆਇ 1 ਵਚਨ 2 ਵਿੱਚ ਇਹ ਲਿਖਿਆ ਹੈ, ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਹਦਾ ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸਕਦਾ ਸਨਾਤਨ ਸਮਿਆਂ ਤੋਂ ਵਾਅਦਾ ਕੀਤਾ ਸੀ। ਪਰ ਵੇਲੇ ਸਿਰ ਆਪਣੇ ਬਚਨ ਨੂੰ ਪਰਮੇਸ਼ਵਰ ਨੇ ਇਸ ਨੂੰ ਕਿਵੇਂ ਪ੍ਰਗਟ ਕੀਤਾ ਹੈ? ਉਸ ਪ੍ਰਚਾਰ ਦੇ ਰਾਹੀਂ ਪ੍ਰਗਟ ਕੀਤਾ ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਆਗਿਆ ਅਨੁਸਾਰ ਮੈਨੂੰ ਸੌਂਪਿਆ ਗਿਆ। ਸਾਰੇ ਲੋਕੋ, ਆਓ ਅਸੀਂ ਆਪਣੇ ਆਪ ਤੇ ਵਿਚਾਰ ਕਰੀਏ ਕਿ ਕੀ ਅਸੀਂ ਉਹਨਾਂ ਕੰਮਾਂ ਨੂੰ ਨਜ਼ਰਅੰਦਾਜ਼ ਤਾਂ ਨਹੀਂ ਕਰ ਰਹੇ ਹਾਂ ਜੋ ਪਿਤਾ ਅਤੇ ਮਾਤਾ ਨੇ ਸਾਨੂੰ ਸੌਂਪੇ ਹਨ, ਕਿਉਂਕਿ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਉਹਨਾਂ ਦੇ ਮਹਾਨ ਕੰਮ ਵਿੱਚ ਹਿੱਸਾ ਲੈਣ ਲਈ ਬੁਲਾਇਆ ਹੈ। ਇਸ ਲਈ ਆਓ ਅਸੀਂ ਸਾਰੇ ਆਪਣੀ ਪੂਰੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਇਸ ਆਸ਼ੀਸ਼ਿਤ ਸਾਲ ਵਿੱਚ ਪੂਰੇ ਸੰਸਾਰ ਦੇ ਸਾਹਮਣੇ ਪਰਮੇਸ਼ਵਰ ਦੀ ਵਡਿਆਈ ਨੂੰ ਪ੍ਰਗਟ ਕਰ ਸਕੀਏ। ਇਸ ਤੋਂ ਇਲਾਵਾ ਸਵਰਗੀ ਪਰਿਵਾਰ ਦੇ ਮੈਂਬਰਾਂ ਦੇ ਰੂਪ ਵਿੱਚ ਆਓ ਅਸੀਂ ਦੁਬਾਰਾ ਕਦੇ ਵੀ ਪਾਪ ਦੇ ਗੁਲਾਮ ਨਾ ਬਣੀਏ ਜਾਂ ਪਾਪ ਵਿੱਚ ਸ਼ਾਮਲ ਨਾ ਹੋਈਏ, ਤਾਂ ਜੋ ਅਸੀਂ ਸੰਸਾਰ ਦੇ ਨਮਕ ਅਤੇ ਜੋਤੀ ਦੀ ਭੂਮਿਕਾ ਨੂੰ ਨਿਭਾ ਸਕੀਏ ਅਤੇ ਚੰਗੇ ਸਾਮਰੀ ਵਾਂਗ ਬਣ ਸਕੀਏ। ਆਓ ਅਸੀਂ 2 ਤਿਮੋਥਿਉਸ ਦੀ ਕਿਤਾਬ ਅਧਿਆਇ 4 ਉੱਤੇ ਵੀ ਇੱਕ ਨਜ਼ਰ ਪਾਈਏ।
ਆਓ 2 ਤਿਮੋਥਿਉਸ ਅਧਿਆਇ 4 ਵਚਨ 1 ਵਿੱਚ ਪਰਮੇਸ਼ਵਰ ਦੀ ਸਿੱਖਿਆ ਨੂੰ ਵੇਖੀਏ। 2 ਤਿਮੋਥਿਉਸ ਅਧਿਆਇ 4 ਵਚਨ 1 ਵਿੱਚ ਲਿਖਿਆ ਹੈ, ਮੈਂ ਪਰਮੇਸ਼ਵਰ ਅਤੇ ਮਸੀਹ ਯਿਸੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਕੀਦ ਕਰਦਾ ਹਾਂ। ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ, ਭਈ ਤੂੰ ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੋ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਵੇਲੇ ਅਤੇ ਕੁਵੇਲੇ ਤਿਆਰ ਰਹੋ ਦਾ ਮਤਲਬ ਹੈ ਹਰ ਵੇਲੇ। ਨਾ ਸਿਰਫ ਮੌਕਾ ਮਿਲਣ ਤੇ ਸਗੋਂ ਹਰ ਸਮੇਂ ਵਚਨ ਦਾ ਪ੍ਰਚਾਰ ਕਰੋ। ਪਰਮੇਸ਼ਵਰ ਆਪਣੇ ਲੋਕਾਂ ਨੂੰ ਸਭ ਤੋਂ ਮਹਾਨ ਆਸ਼ੀਸ਼ ਦੇਣਾ ਚਾਹੁੰਦੇ ਹਨ। ਪ੍ਰਾਸਚਿਤ ਦੇ ਦਿਨ ਰਾਹੀਂ ਆਓ ਅਸੀਂ ਸਮਝਾਏ ਕਿ ਯਿਸੂ ਨੇ ਕਿਉਂ ਕਿਹਾ, ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ, ਅਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਿਉਂ ਕੀਤਾ। ਮੈਨੂੰ ਆਸ ਹੈ ਕਿ ਅਸੀਂ ਨਵੇਂ ਨੇਮ ਦੀਆਂ ਸਾਰੀਆਂ ਵਿਵਸਥਾਵਾਂ ਅਤੇ ਨਿਯਮਾਂ ਅਤੇ ਪਿਤਾ ਅਤੇ ਮਾਤਾ ਦੇ ਹੁਕਮ ਆਓ ਦਾ ਪੂਰੀ ਤਰ੍ਹਾਂ ਪਾਲਣ ਕਰ ਸਕਦੇ ਹਾਂ, ਤਾਂ ਜੋ ਅਸੀਂ ਸੱਚਮੁੱਚ ਤੋਬਾ ਕਰਨ ਵਾਲੀ ਸਵਰਗੀ ਸੰਤਾਨ ਬਣ ਸਕੀਏ ਜੋ ਜਿੱਥੇ ਕਿਤੇ ਵੀ ਉਹ ਜਾਂਦੇ ਹਨ, ਇਮਾਨਦਾਰੀ ਨਾਲ ਉਹਨਾਂ ਦਾ ਪਾਲਣ ਕਰਦੀ ਹੈ। ਤੁਸੀਂ 10 ਦਿਨਾਂ ਤੱਕ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਪ੍ਰਾਰਥਨਾ ਕਰਨ ਲਈ ਬਹੁਤ ਕੋਸ਼ਿਸ਼ ਕੀਤੀ ਹੈ। ਮੈਨੂੰ ਆਸ ਹੈ ਕਿ ਸਾਡੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀਤਾ ਨਾਲ ਤੋਬਾ ਦਾ ਇੱਕ ਸੋਹਣਾ ਜੀਵਨ ਜੀਵਾਂਗੇ। ਇਸ ਦੁਆਰਾ ਮੈਂ ਉਹ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਧੰਨਵਾਦ।